crash course. This is Mandeep Bains and ਅੱਜ ਅਸੀਂ ਗੱਲ ਕਰਾਂਗੇ complex and compound sentences ਦੀ। ਸੋ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਉਹਨਾਂ ਲਈ ਜਿਹੜੇ 7+ ਬੈਂਡਸ ਲੈਣਾ ਚਾਹੁੰਦੇ ਨੇ, ਕਿਉਂਕਿ IELTS ਦੇ ਕ੍ਰਾਈਟੇਰੀਆ ਵਿੱਚ ਇਹ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਕੰਪਲੈਕਸ ਸਟਰਕਚਰਸ ਨੂੰ। ਜਦੋਂ ਅਸੀਂ ਕ੍ਰਾਈਟੇਰੀਆ ਦੀ ਗੱਲ ਕਰਦੇ ਹਾਂ ਤਾਂ 7, 8 and 9 ਬੈਂਡਸ ਲਈ ਗ੍ਰਾਮਰ ਰੇਂਜ ਐਂਡ ਐਕਿਊਰੇਸੀ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ। 7 ਲਈ uses a variety of complex structures, produces frequent error-free sentences. 8 ਲਈ uses a wide range of structures, and 9 ਦੇ ਲਈ uses a wide range of structures with full flexibility and accuracy. Rare minor errors occur only as slips. ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਇੰਪੋਰਟੈਂਟ ਨੇ ਇਹ ਕੰਪਲੈਕਸ ਐਂਡ ਕੰਪਾਊਂਡ ਸਟਰਕਚਰਸ ਯੂਜ਼ ਕਰਨੇ IELTS ਰਾਈਟਿੰਗ ਦੇ ਵਿੱਚ, ਜਿਹਦੇ ਨਾਲ ਸਾਡੇ 7+ ਬੈਂਡਸ ਆਉਂਦੇ ਨੇ। ਸੋ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ what are complex and compound sentences, why are they important for IELTS 7 band writing, how to write them, and sample complex and compound sentences to use. ਸੋ ਇੱਕ ਸਿੰਪਲ ਸੈਂਟੈਂਸ ਤੋਂ ਸ਼ੁਰੂ ਕਰਦੇ ਹਾਂ। ਸਿੰਪਲ ਸੈਂਟੈਂਸ ਕੀ ਹੁੰਦਾ ਹੈ? ਇੱਕ ਸਿੰਪਲ ਸੈਂਟੈਂਸ ਆਪਣੇ ਆਪ ਵਿੱਚ ਇੱਕ ਕੰਪਲੀਟ ਥਾਟ ਹੁੰਦਾ ਹੈ। ਤੁਸੀਂ ਆਪਣੇ ਆਪ ਵਿੱਚ ਇੱਕ ਸੈਂਟੈਂਸ ਬਣਾਉਣਾ ਹੈ ਐਂਡ ਦੇਖਣਾ ਹੈ ਕਿ ਕਿਆ ਤੁਸੀਂ ਇੱਥੇ ਆਪਣੀ ਗੱਲ ਪੂਰੀ ਕਹਿ ਦਿੱਤੀ ਹੈ। ਜੇ ਤੁਸੀਂ ਆਪਣੀ ਗੱਲ ਪੂਰੀ ਮੈਂਸ਼ਨ ਕਰ ਦਿੱਤੀ ਹੈ, ਦੈਟ ਮੀਨਸ ਇਟ ਇਜ਼ ਅ ਕੰਪਲੀਟਿਡ ਸੈਂਟੈਂਸ। ਦੈਨ ਕਮਸ ਇੱਕ ਡਿਪੈਂਡੈਂਟ ਸੈਂਟੈਂਸ ਹੁੰਦਾ ਹੈ ਜੋ ਕਿ ਇਨਕੰਪਲੀਟ ਥਾਟ ਹੁੰਦਾ ਹੈ। ਇਨਕੰਪਲੀਟ ਥਾਟ ਤੋਂ ਕੀ ਭਾਵ ਹੈ? ਇਨਕੰਪਲੀਟ ਹੁੰਦਾ ਹੈ ਜਦੋਂ ਅਸੀਂ ਅੱਧੀ ਗੱਲ ਕਹੀ ਹੈ ਬਟ ਹਜੇ ਅੱਧੀ ਬਾਕੀ ਹੈ ਕਹਿਣੀ। ਜਿਵੇਂ ਮੈਂ ਕਹਾਂ ਜਦੋਂ ਮੈਂ ਉੱਥੇ ਗਿਆ, ਹੁਣ ਮੈਂ ਜਦੋਂ ਤੋਂ ਸ਼ੁਰੂ ਕਰਿਆ ਹੈ ਵੈਨ ਆਈ ਵੈਂਟ ਦੇਅਰ, ਤਾਂ ਜਦੋਂ ਜਾਂ ਵੈਨ ਲਗਾਇਆ ਹੈ ਜਾਂ ਇਫ ਲਗਾਵਾਂਗੇ ਜਾਂ ਕੁਝ ਹੋਰ ਯੂਜ਼ ਕਰਾਂਗੇ, ਇਹਦਾ ਮਤਲਬ ਇਹ ਡਿਪੈਂਡੈਂਟ ਹੈ, ਇਹ ਹਜੇ ਪੂਰਾ ਹੋਣ ਲਈ ਇਹਨੂੰ ਇੱਕ ਹੋਰ ਅੱਗੇ ਗੱਲ ਦੀ ਲੋੜ ਹੈ ਪੂਰਾ ਕਰਨ ਲਈ। ਫਿਰ ਮੈਂ ਕਹੂੰਗੀ ਜਦੋਂ ਮੈਂ ਉੱਥੇ ਗਿਆ ਸਕੂਲ ਬੰਦ ਸੀ। ਵੈਨ ਆਈ ਵੈਂਟ ਦੇਅਰ ਸਕੂਲ ਵਾਜ਼ ਆਫ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਡਿਪੈਂਡੈਂਟ ਸੈਂਟੈਂਸ ਐਂਡ ਇੰਡੀਪੈਂਡੈਂਟ ਨੂੰ ਅਸੀਂ ਕੌਮਾ ਦੇ ਨਾਲ ਸੈਪਰੇਟ ਕਰਨਾ ਹੈ। ਨਾਓ ਕੰਪਾਊਂਡ ਸੈਂਟੈਂਸ ਕੀ ਹੁੰਦਾ ਹੈ? ਕੰਪਾਊਂਡ ਸੈਂਟੈਂਸ ਹੁੰਦਾ ਹੈ ਜਦੋਂ ਅਸੀਂ ਦੋ ਸਿੰਪਲ ਐਂਡ ਇੰਡੀਪੈਂਡੈਂਟ ਸੈਂਟੈਂਸਿਸ ਨੂੰ ਕੰਬਾਈਨ ਕਰਦੇ ਹਾਂ। ਐਂਡ ਕੰਪਲੈਕਸ ਸੈਂਟੈਂਸ ਹੁੰਦਾ ਹੈ ਜਦੋਂ ਅਸੀਂ ਇੱਕ ਸਿੰਪਲ ਇੰਡੀਪੈਂਡੈਂਟ ਐਂਡ ਡਿਪੈਂਡੈਂਟ ਸੈਂਟੈਂਸ ਨੂੰ ਕਰਦੇ ਹਾਂ ਜੁਆਇਨ। ਹੁਣ ਜਦੋਂ ਵੀ ਅਸੀਂ ਕੋਈ ਪੁਆਇੰਟ ਲਿਖਣਾ ਹੈ ਤਾਂ ਸਭ ਤੋਂ ਵਧੀਆ ਵੇ ਹੈ ਸੋਚਣ ਦਾ ਕਿ ਅਸੀਂ ਸੋਚਾਂਗੇ ਕਿ ਹਾਊ, ਵਾਈ ਐਂਡ ਵੈਨ, ਵੇਅਰ। ਜਦ ਅਸੀਂ ਇਹ ਸਾਰੇ ਕੁਐਸਚਨ ਸੋਚਾਂਗੇ ਤਾਂ ਸਾਡੇ ਮਾਈਂਡ 'ਚ ਆ ਜਾਂਦਾ ਹੈ ਆਪਣੇ ਆਪ ਕਿ ਅੱਛਾ ਇਨਵਾਇਰਮੈਂਟਲ ਪੋਲਿਊਸ਼ਨ ਦੀ ਗੱਲ ਕੀਤੀ ਗਈ ਹੈ। ਇਨਵਾਇਰਮੈਂਟਲ ਪੋਲਿਊਸ਼ਨ ਕਿਉਂ ਹੋਇਆ, ਕਦੋਂ ਹੋਇਆ, ਕਿੱਥੇ ਜ਼ਿਆਦਾ ਇਫੈਕਟ ਪਏ ਨੇ, ਐਗਜ਼ਾਮਪਲ ਆ ਰਹੀ ਹੈ ਮਾਈਂਡ 'ਚ, ਤਾਂ ਸਾਡਾ ਇੱਕ ਪੁਆਇੰਟ ਪੂਰਾ ਬਣਾਉਣ ਲਈ ਸਾਡੇ ਕੋਲ ਇਨਫੋਰਮੇਸ਼ਨ ਆ ਗਈ। ਹੁਣ ਅਸੀਂ ਬਣਾਉਣਾ ਕਿੱਦਾਂ ਹੈ ਕੰਪਲੈਕਸ ਸੈਂਟੈਂਸ? ਮੰਨ ਲਓ ਸਾਡੇ ਕੋਲ 3 ਸੈਂਟੈਂਸ ਨੇ, ਸਿੰਪਲ ਸੈਂਟੈਂਸ। ਇਹਦੇ ਵਿੱਚ ਅਸੀਂ ਕਵਰ ਕਰਦੇ ਹਾਂ ਵਟ, ਹਾਊ ਐਂਡ ਉਹਦਾ ਇਫੈਕਟ। ਸੋ ਵਟ ਵਿੱਚ ਹੈ ਚਿਲਡਰਨ ਸਪੈਂਡ ਵੇਰੀਅਸ ਆਵਰਸ ਵਾਚਿੰਗ ਟੈਲੀਵਿਜ਼ਨ। ਵਾਈ ਵਿੱਚ ਹੈ ਇਟ ਹੈਪਨਸ ਡਿਊ ਟੂ ਦੇਅਰ ਪੇਰੈਂਟਸ ਨੈਗਲੀਜੈਂਸ। ਨਾਓ ਇਫੈਕਟ ਕੀ ਹੈ? ਇਟ ਲੀਡਸ ਟੂ ਪੂਅਰ ਮੈਂਟਲ ਐਂਡ ਫਿਜ਼ੀਕਲ ਹੈਲਥ। ਹੁਣ ਲਿਖਣ ਨੂੰ ਤਾਂ ਇਹ ਵੀ ਲਿਖ ਸਕਦੇ ਹਾਂ ਬਟ ਦਿਸ ਇਜ਼ ਵੈਰੀ ਸਿੰਪਲ, ਇਹਦਾ ਕੋਈ ਵੀ ਲਿਖ ਜੂਗਾ। 7ਵੀਂ 8ਵੀਂ ਕਲਾਸ ਦਾ ਬੱਚਾ ਵੀ ਇਹੀ ਲਿਖਦਾ ਹੈ, ਪਰ ਤੁਸੀਂ ਕੀ ਚੇਂਜ ਕਰਕੇ ਲਿਖੋਗੇ? ਤੁਸੀਂ ਇਸ ਨੂੰ ਕੰਪਲੈਕਸ ਬਣਾਉਣਾ ਹੈ। ਹੁਣ ਜਦੋਂ ਵੀ ਅਸੀਂ ਸਿੰਪਲ ਸੈਂਟੈਂਸ ਨੂੰ ਕੰਪਲੈਕਸ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਸਾਨੂੰ ਕੰਜੰਕਸ਼ਨ ਯੂਜ਼ ਕਰਨੇ ਪੈਣਗੇ। ਐਂਡ ਇੰਗਲਿਸ਼ ਲੈਂਗੁਏਜ ਦੇ ਵਿੱਚ ਦੇਅਰ ਆਰ ਅ ਵੈਰਾਈਟੀ ਆਫ ਕੰਜੰਕਸ਼ਨਸ ਦੈਟ ਵੀ ਕੈਨ ਯੂਜ਼। ਆਪਾਂ ਕਹਿ ਸਕਦੇ ਹਾਂ ਬਟ, ਬਿਕੋਜ਼, ਸਿੰਸ, although, if, or, there are so many, you can search on the internet. ਸੋ ਜੇ ਤੁਸੀਂ ਆਪਣੇ ਫਲੋ ਦੇ ਅਕੋਰਡਿੰਗ ਕੁਝ ਵੀ ਯੂਜ਼ ਕਰਨਾ ਹੈ, ਜਿਵੇਂ ਤੁਸੀਂ ਬਿਕੋਜ਼ ਯੂਜ਼ ਕਰਨਾ ਹੈ ਜਾਂ ਕਹਿਣਾ ਹੈ ਵੀ ਰੀਜ਼ਨ ਦੇਣਾ ਹੈ ਤਾਂ ਬਿਕੋਜ਼ ਐਂਡ ਸਿੰਸ ਯੂਜ਼ ਕਰਾਂਗੇ। ਬਟ ਜੇ ਤੁਸੀਂ ਕਹਿਣਾ ਹੈ ਕਿ ਜੇ ਇੱਦਾਂ ਹੁੰਦਾ ਤਾਂ ਇਫ ਯੂਜ਼ ਕਰਾਂਗੇ। ਸੋ ਜੋ ਹੁਣ ਆਪਣੇ ਕੋਲ ਸੈਂਟੈਂਸ ਹੈ ਜੋ ਸਿੰਪਲ ਨੇ ਉਹਨਾਂ ਨੂੰ ਕੰਪਲੈਕਸ ਦੇ ਵਿੱਚ ਕਨਵਰਟ ਕਰਾਂਗੇ ਤਾਂ ਕੀ ਸੈਂਟੈਂਸ ਬਣੂਗਾ? ਜਿਵੇਂ ਮੈਂ ਦੱਸਿਆ ਹੈ ਕਿ ਕੰਪਲੈਕਸ ਸੈਂਟੈਂਸ ਦੇ ਵਿੱਚ ਇੱਕ ਡਿਪੈਂਡੈਂਟ ਐਂਡ ਇੱਕ ਇੰਡੀਪੈਂਡੈਂਟ ਸੈਂਟੈਂਸ ਹੁੰਦਾ ਹੈ। ਸੋ ਡਿਪੈਂਡੈਂਟ ਸੈਂਟੈਂਸ ਹੋਏਗਾ
if parents neglect their children, comma, ਹੁਣ independent sentence start ਹੋਏਗਾ, then they tend to become careless and watch television recklessly. ਹੁਣ ਮੈਂ result ਦੱਸਣਾ ਹੈ. This leads to their poor mental and physical well-being. ਜੇ ਹੀ ਮੈਂ ਕੰਪਾਊਂਡ ਸੈਂਟੈਂਸ ਬਣਾਉਣਾ ਹੈ ਤਾਂ ਉਹਦੇ ਵਿੱਚ ਦੋਨੋਂ ਇੰਡੀਪੈਂਡੈਂਟ ਸਟਰਕਚਰਸ ਹੋਣਗੇ ਤੇ ਉਹਨੂੰ ਕੰਜੰਕਸ਼ਨ ਨਾਲ ਜੁਆਇਨ ਕਰਾਂਗੇ. Children spend various hours watching television since their parents neglect them, which leads to their poor mental and physical growth. Mind the comma after them. Which start ਕਰਨ ਤੋਂ ਪਹਿਲਾਂ ਅਸੀਂ comma ਲਗਾਵਾਂਗੇ. ਇੱਕ ਇੰਡੀਪੈਂਡੈਂਟ ਸੈਂਟੈਂਸ ਖਤਮ ਹੋ ਗਿਆ ਜਦੋਂ. ਕਿਉਂ ਇੰਪੋਰਟੈਂਟ ਨੇ ਕੰਜੰਕਸ਼ਨਸ ਲਗਾਣੇ ਐਂਡ ਕੰਪਲੈਕਸ ਸਟਰਕਚਰ ਬਣਾਉਣਾ? ਜਦੋਂ ਅਸੀਂ ਸਿੰਪਲ ਸੈਂਟੈਂਸ ਬਣਾਉਂਦੇ ਆ ਤਾਂ ਰੀਡਰ ਦਾ ਫਲੋ ਨਹੀਂ ਬਣਦਾ, ਉਹ ਇੰਗੇਜਡ ਨਹੀਂ ਹੁੰਦਾ ਤੁਸੀਂ ਕੀ ਲਿਖਿਆ ਉਹਦੇ ਨਾਲ. ਬਟ ਜਦੋਂ ਤੁਸੀਂ ਇੱਕ ਫਲੋ ਦੇ ਵਿੱਚ ਲੈ ਕੇ ਜਾ ਰਹੇ ਹੋ ਵੀ ਇਹ ਹੋਇਆ ਸੀ ਕਿਉਂਕਿ ਇਹਦਾ ਰੀਜ਼ਨ ਇਹ ਸੀ ਐਂਡ ਇਹਦੇ ਨਾਲ ਇਹ ਇਫੈਕਟ ਪਿਆ, ਤਾਂ ਰੀਡੇਬਿਲਿਟੀ ਵੱਧਦੀ ਹੈ ਅਤੇ ਪਤਾ ਲੱਗਦਾ ਹੈ ਕਿ ਤੁਸੀਂ ਨੈਚੁਰਲ ਫਲੋ ਕ੍ਰੀਏਟ ਕਰ ਸਕਦੇ ਹੋ ਲੈਂਗੁਏਜ ਦਾ. ਸੈਂਟੈਂਸਿਸ ਜਿਹੜੇ ਤੁਸੀਂ ਬਣਾ ਸਕਦੇ ਹੋ ਉਹ ਨੇ ਇਫ ਔਰ ਵੈਨ ਦਿਸ, ਮਤਲਬ ਕੁਛ ਹੋਇਆ ਜਦੋਂ ਤਾਂ ਤੁਸੀਂ ਕੀ ਕਰ ਸਕਦੇ ਹੋ, ਦੈਨ ਵਾਟ. ਸੋ ਸੈਂਟੈਂਸ ਬਣਾ ਸਕਦੇ ਹਾਂ, if the government officials conduct more climate awareness campaigns, comma, there would be an evident incline in the use of natural resources. ਹੁਣ if then ਦਾ sentence structure ਹੈ. ਅਸੀਂ ਬਣਾ ਸਕਦੇ ਹਾਂ although or even though ਨਾਲ start ਕਰਕੇ sentence. Although a single man can bring the revolution by adapting to new measures of living life, comma, he can only act under his capacity. ਸੇਮ ਵੇ ਨਾਲ ਇਨ ਸਪਾਈਟ ਔਰ ਡਿਸਪਾਈਟ ਦਿਸ ਯੂਜ਼ ਕਰ ਸਕਦੇ ਹਾਂ. ਇਨ ਸਪਾਈਟ ਆਫ ਜਾਂ ਡਿਸਪਾਈਟ ਦਾ ਮਤਲਬ ਹੁੰਦਾ ਹੈ ਇਹਦੇ ਬਾਵਜੂਦ. ਸੋ ਅਸੀਂ ਕਹਿ ਸਕਦੇ ਹਾਂ ਡਿਸਪਾਈਟ ਦ ਰੈਵੋਲਿਊਸ਼ਨ ਕਾਜ਼ਡ ਬਾਈ ਟੈਕਨੋਲੋਜੀ, comma, numerous parents contend that their children are increasingly heading towards grieve crimes due to it. ਨੈਕਸਟ ਕੰਪਲੈਕਸ ਸਟਰਕਚਰ ਜਿਹੜਾ ਅਸੀਂ ਯੂਜ਼ ਕਰ ਸਕਦੇ ਹਾਂ ਉਹ ਹੈ ਦਿਸ ਐਂਡ ਬਟ. ਦਿਸ ਤੋਂ ਸਟਾਰਟ ਕਰਕੇ ਸਾਡੀ ਇਨਫੋਰਮੇਸ਼ਨ ਐਂਡ ਦੈਨ ਬਟ, ਉਹਦੇ ਨਾਲ ਕੀ ਇਫੈਕਟ ਪਿਆ ਉਹਦਾ ਆਪੋਜ਼ਿਟ ਓਪੀਨੀਅਨ. ਇਹਦਾ ਸੈਂਟੈਂਸ ਹੋਏਗਾ ਦ ਵਰਕ ਓਰੀਐਂਟਿਡ ਲਾਈਫ ਸਟਾਈਲ ਹੈਜ਼ ਫੈਸਿਲਿਟੇਟਿਡ ਅਸ ਵਿਦ ਲਗਜ਼ਰੀਜ਼ ਬਟ deprived our children of emotional connection. ਹੁਣ ਅਸੀਂ ਪਹਿਲੇ ਇਨਫੋਰਮੇਸ਼ਨ ਤਾਂ ਇੱਕ ਫੈਕਟ ਦਿੱਤਾ ਬਟ ਉਸ ਤੋਂ ਬਾਅਦ ਓਪੋਜ਼ਿਟ ਓਪੀਨੀਅਨ ਦੇਣ ਲਈ ਬਟ ਯੂਜ਼ ਕਰਿਆ. ਇੰਸਟੈਡ ਆਫ ਤੋਂ ਵੀ ਬਣਾ ਸਕਦੇ ਹਾਂ ਅਸੀਂ ਆਪਣੇ ਸੈਂਟੈਂਸਿਸ. ਇੰਸਟੈਡ ਆਫ ਕੰਟਰੋਲਿੰਗ ਦ ਡਾਇਟ, comma, do exercise. ਸੋ ਤੁਸੀਂ ਕਹਿ ਸਕਦੇ ਹੋ ਕਿ ਇਹਦੀ ਜਗ੍ਹਾ ਤੁਸੀਂ ਆਹ ਕਰ ਸਕਦੇ ਹੋ, ਇਹਦਾ ਮਤਲਬ ਹੈ ਇਸਦੀ ਜਗ੍ਹਾ ਤੇ ਇਹਦੀ ਜਗ੍ਹਾ ਆਹ ਕਰ ਲਓ. this rather than that. now comparison ਕਰਨਾ ਹੈ ਜਦੋਂ ਅਸੀਂ use ਕਰ ਸਕਦੇ ਹਾਂ ਆਹ ਵਾਲਾ sentence structure. children should focus on sharpening their skills rather than playing video games. rather than playing video games. video games play ਕਰਨ ਦੀ ਜਗ੍ਹਾ ਉਹ ਆਪਣੀਆਂ skills sharp ਕਰ ਸਕਦੇ ਨੇ. same way ਨਾਲ while, whereas, whilst ਇਹਨਾਂ ਨੂੰ use ਕਰਕੇ ਅਸੀਂ ਆਪਣਾ ਡਿਫਰੈਂਟ ਓਪੀਨੀਅਨ ਦੇ ਸਕਦੇ ਹਾਂ, ਕੰਪੈਰੀਜ਼ਨ ਕਰ ਸਕਦੇ ਹਾਂ ਇੱਕ ਸੈਂਟੈਂਸ ਦੇ ਵਿੱਚ. ਮਾਈ ਫੇਵਰੇਟ ਵਨ ਹੈ ਇਹ, ਲਾਈਕ ਅਥੋਰਿਟੀਜ਼ ਕੈਨ ਓਨਲੀ ਮੇਕ ਐਂਡ ਇਨਫੋਰਸ ਦ ਲਾਅ, comma, while or whereas it is entirely dependent on the citizens to follow it. ਨੈਕਸਟ ਆਪਾਂ ਕਹਿ ਸਕਦੇ ਹਾਂ as this is happening, comma, outcome. As the climate is changing, comma, several adverse effects have been witnessed. The next one is not only but also. ਇਹ ਵਾਲਾ ਸੈਂਟੈਂਸ ਤਾਂ ਬਹੁਤ ਜਗ੍ਹਾ ਯੂਜ਼ ਹੁੰਦਾ ਹੈ ਜਿੱਥੇ ਤੁਸੀਂ ਦੋ ਐਡਵਾਂਟੇਜਿਸ ਦੇਣੀਆਂ ਨੇ, ਡਿਸਐਡਵਾਂਟੇਜਿਸ ਦੇਣੀਆਂ ਨੇ, ਇਫੈਕਟਸ ਮੈਂਸ਼ਨ ਕਰਨੇ ਨੇ, ਕੋਈ ਵੀ ਇਨਫੋਰਮੇਸ਼ਨ ਜਿਹਦੇ ਦੋ ਪੁਆਇੰਟਸ ਨੇ ਤੁਸੀਂ ਉਹਨਾਂ ਨੂੰ ਇਸ ਕੰਪਲੈਕਸ ਸਟਰਕਚਰ ਨੂੰ ਯੂਜ਼ ਕਰਕੇ ਬਣਾ ਸਕਦੇ ਹੋ. ਤੁਸੀਂ ਕਹਿ ਸਕਦੇ ਹੋ ਵੀ ਇਹਦੇ ਨਾਲ ਇਹੀ ਨਹੀਂ ਹੋਇਆ ਪਰ ਆ ਵੀ ਹੋਇਆ ਹੈ. ਫੋਰ ਐਗਜ਼ਾਮਪਲ, a parent should not only keep track of all the activities performed by his children, comma,
but also by his friends. पेरेंट्स ਨੂੰ ਸਿਰਫ ਆਪਣੇ ਬੱਚੇ ਹੀ ਨਹੀਂ ਦੇਖਣੇ ਚਾਹੀਦੇ ਬਟ ਉਹਨਾਂ ਦੇ ਫਰੈਂਡਸ ਕਿੱਦਾਂ ਦੇ ਨੇ, ਕਿੱਦਾਂ ਦੀ ਕੰਪਨੀ ਹੈ, ਉਹ ਵੀ ਦੇਖਣੀ ਚਾਹੀਦੀ ਹੈ। ਨੈਕਸਟ ਸੈਂਟੈਂਸ ਸਟਰਕਚਰ ਸਟਾਰਟ ਹੁੰਦਾ ਹੈ ਇਨ ਆਰਡਰ ਟੂ ਤੋਂ। ਇਨ ਆਰਡਰ ਟੂ ਦੀ ਜਗ੍ਹਾ ਆਪਾਂ ਇਕੱਲਾ ਟੂ ਵੀ ਯੂਜ਼ ਕਰ ਸਕਦੇ ਹਾਂ, ਬਟ ਇਹ ਥੋੜੀ ਜੀ ਬੈਟਰਮੈਂਟ ਐਡ ਕਰ ਦਿੰਦਾ ਹੈ ਸਟਰਕਚਰ ਦੇ ਵਿੱਚ। ਸੋ ਅਸੀਂ ਕਹਿ ਸਕਦੇ ਹਾਂ ਵੀ ਜੇ ਇਹ ਕਰਨਾ ਹੈ ਤਾਂ ਕਰੋ। ਐਗਜ਼ਾਮਪਲ ਹੈ ਇਨ ਆਰਡਰ ਟੂ ਗੈਟ ਅ ਜੌਬ, work hard. Next is due to or owing to. ਇਹਦੇ ਕਰਕੇ ਆ ਹੋ ਰਿਹਾ ਹੈ, ਜਿਹਦਾ ਇਫੈਕਟ ਆ ਪਿਆ ਹੈ। ਸੋ ਅਸੀਂ ਇਹਨਾਂ ਨੂੰ ਯੂਜੂਅਲੀ ਸਟਾਰਟਿੰਗ 'ਚ ਯੂਜ਼ ਕਰ ਸਕਦੇ ਹਾਂ ਜਦੋਂ ਇੰਟਰੋਡਕਸ਼ਨ ਦਿੰਦੇ ਹਾਂ। owing to ever increasing climate changes, economies are at the verge of witnessing crisis. सो नैक्सट सेंटेंस भी बहुत इंपॉर्टेंट है। ਅਸੀਂ ਇਹ वैरायटी ऑफ सेंटेंसेस यूज़ कर सकते हैं इको एस एच, बट ज़रूरी नहीं है कि ये सारे ही एक एस एच यूज़ होंगे। ये डिपेंड करता है कि दी इन्फॉर्मेशन है तो किवें दा स्ट्रक्चर यूज़ करना है। नैक्सट स्ट्रक्चर है द मोर द बैटर। जे तुसी कहोगे कि कोई चीज़ ज़्यादा होंदी तो होर बैटर होंदा या क्विकर होंदा। फॉर एग्जाम्पल द मोर पर्सनस विल बिकम अवेयर ऑफ देयर एक्शंस, the quicker the problem will be resolved. Next type the sentence structure है whether or, neither nor, either or। ਤੁਸੀਂ ਇਹਨਾਂ ਚੋਂ ਕਿਸੇ ਵੀ ਟਾਈਪ ਦਾ ਯੂਜ਼ ਕਰ ਸਕਦੇ ਹੋ। ਜਦੋਂ ਤੁਸੀਂ whether or ਕਹਿਣਾ ਹੈ ਕਿ ਜਾਂ ਤੁਸੀਂ ਆ ਕਰ ਸਕਦੇ ਹੋ ਜਾਂ ਉਹ ਕਰ ਸਕਦੇ ਹੋ। neither nor ਵਿੱਚ ਤੁਸੀਂ ਕਹਿ ਸਕਦੇ ਹੋ ਨਾ ਤੁਸੀਂ ਇਹ ਕਰ ਸਕਦੇ ਹੋ ਨਾ ਤੁਸੀਂ ਉਹ ਕਰ ਸਕਦੇ ਹੋ। ਈਦਰ ਔਰ ਦੇ ਵਿੱਚ ਅਗੇਨ ਜਾਂ ਤੁਸੀਂ ਇਹ ਕਹਿ ਸਕਦੇ ਹੋ ਜਾਂ ਉਹ ਪਿਕ ਕਰ ਸਕਦੇ ਹੋ, ਜੋ ਵੀ ਆਪਸ਼ਨ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ। ਫॉर एग्जाम्पल जंक फूड नीदर प्रोवाइड्स न्यूट्रिशन नॉट प्रमोट organ health। Second example is a person can either work or take care of his physical health। ਇਸ ਹਿਸਾਬ ਨਾਲ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਸੈਂਟੈਂਸ ਸਟਰਕਚਰਸ ਨੂੰ ਯੂਜ਼ ਕਰ ਸਕਦੇ ਹੋ ਤੇ ਆਪਣੀ ਆਇਲਸ ਨੂੰ ਐਲੀਵੇਟ ਕਰ ਸਕਦੇ ਹੋ, ਆਪਣੇ ਰਾਈਟਿੰਗ ਸਟਾਈਲ ਨੂੰ ਐਲੀਵੇਟ ਕਰ ਸਕਦੇ ਹੋ। ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਵੇ ਤਾਂ ਇਹਨੂੰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਸੈਂਟੈਂਸ ਸਟਰਕਚਰਸ ਕਿਹੜੇ ਨੇ ਤੇ ਕਿਵੇਂ ਯੂਜ਼ ਕਰ ਸਕਦੇ ਆ ਉਹਨਾਂ ਨੂੰ। ਐਂਡ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਵੀਡੀਓ 'ਚ।